सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत वर्दी। बुलेटिन की शुरुआत करते हैं पेट्रोल ते डीजल ਦੀਆਂ बेलगाम हुई कीमतां दे नाल। जी हां, पेट्रोल ते डीजल ਦੀਆਂ कीमतां दे विच वाधा लगातार जारी है। 12वें दिन भी बिना ब्रेक तो तेल महंगा होया है। पेट्रोल 39 पैसे प्रति लीटर महंगा होया है ते डीजल दे रेट विच 37 पैसे प्रति लीटर का इजाफा होया है। पंजाब दे विच पेट्रोल 90 का आंकड़ा पार कर चुका है ते डीजल भी लगातार तेजी दे नाल पेट्रोल दे पिछे पिछे वध रहा है। तो हालात इस तरह के हो गए हैं कि सब तो वध जो मध वर्गी लोग ने वो परेशान हो रहे हैं। कोरोना काल दे विच पहला ही जो कामकाज वो ठप हो गए हैं। हौली हौली जिंदगी लीहां ते परतन की कोशिश कर रही है, पर अजिहे दे विच महंगाई की मार ने लोकां दा लक तोड़ के रख दिता है। पेट्रोल ते डीजल दी कीमतां लगातार 12वें दिन वधियां ने। 12 दिनों तो बिना ब्रेक ये जो सिलसिला चलता आ रहा है उससे ब्रेक कदों लगेगी, ये एक बड़ा सवाल है। तो जदों किहड़े दिन किस तरीके दे नाल रेट वधने शुरू होए, तुहानूं 13 फरवरी तो दस रहे हैं कि किस तरीके दे नाल 13 फरवरी तो लैके 14, 15, 16, 17, 18, 19 ते 20 फरवरी यानी कि लगातार 9 फरवरी तो जिहड़े रेट वधने शुरू होए सी वो अजे भी उस तरीके दे नाल वाधा जारी है। तो फिलहाल इस ते ब्रेक कदों लगेगी एक बड़ा सवाल है। तो शहर शहर लोग परेशान ने। साडे सहयोगी वख-वख थावां तो जुड़े हुए ने, उन्हां दे नाल गलबात करदे हां। मौजूदा किस तरह के हालात ने शहरां दे विच जाणदे हां। जलंधर तो सुरिंदर कंबोज साडे सहयोगी जुड़े ने ते चंडीगढ़ तो मनोज राठी जुड़े ने। तो सब तो पहला जलंधर दा रुख करदे हां। तो सुरिंदर, महंगाई की मार लगातार जारी है। 12वें दिन पेट्रोल ते डीजल के रेटां च वाधा होया है। सब तो पहला अज दे रेट देखना चाहांगे कि जलंधर दे विच अज की रेट ने ते लोग किन्ने क परेशान ने। बिल्कुल अमृत, जिदा कि 12 दिन हो गए लगातार पेट्रोल ते डीजल ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਵਧਦੀਆਂ ਜਾ ਰਹੀਆਂ ਨੇ ਔਰ ਬਿਨਾਂ ਰੁਕਿਓ ਇੱਕ ਦਿਨ ਵੀ ਤੇਲ ਦੀ ਜਿਹੜੀ ਕੀਮਤ ਹੈਗੀ ਉਹ ਘਟ ਨਹੀਂ ਹੋਈ। ਲਗਾਤਾਰ ਤੇਲ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਵਧ ਰਹੀਆਂ ਨੇ। ਜੇ ਅੱਜ ਦੀ ਗੱਲ ਕਰੀਏ, ਅੱਜ ਪੈਟਰੋਲ ਦਾ ਜਿਹੜਾ ਦਾਮ ਹੈਗਾ ਆ 91 ਰੁਪਏ 58 ਪੈਸੇ ਤੇ ਡੀਜ਼ਲ ਦਾ ਜਿਹੜਾ ਰੇਟ ਹੈਗਾ 82 ਰੁਪਏ 70 ਪੈਸੇ ਹੋ ਚੁੱਕਾ ਹੈ। ਔਰ ਇਸ ਦੇ ਨਾਲ ਨਾਲ ਜਿਹੜੇ ਲੋਕ ਮੱਧ ਵਰਗੀ ਲੋਕ ਹੈਗੇ ਨੇ ਉਹਨਾਂ ਤੇ ਖਾਸਾ ਇਸ ਮਹਿੰਗਾਈ ਦਾ ਜਿਹੜਾ ਅਸਰ ਜਿਹੜਾ ਹੈਗਾ ਉਹ ਨਜ਼ਰ ਜ਼ਰੂਰ ਆ ਰਿਹਾ। ਸਾਡੇ ਨਾਲ ਕੁਝ ਲੋਕ ਹੈਗੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵਧ ਰਹੀਆਂ, ਕੀ ਕਹਿਣਾ ਤੁਹਾਡਾ? ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਫਰਵਰੀ ਮਹੀਨੇ ਦੇ ਵਿੱਚ ਘੱਟੋ ਘੱਟ 14 ਵਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧ ਚੁੱਕੀਆਂ ਹਨ, ਜਿਹੜੀ ਕਿ ਆਮ ਜਨਤਾ ਬੜੀ ਬੇਬਸ ਹੋ ਚੁੱਕੀ ਆ। ਸਾਡੀ ਗਵਰਨਮੈਂਟ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਨੂੰ GST ਦੇ ਘੇਰੇ 'ਚ ਲਿਆਂਦਾ ਜਾਵੇ। ਕਿਸੇ ਨਾ ਕਿਸੇ ਤਰ੍ਹਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇ। ਟਰਾਂਸਪੋਰਟ ਬਿਲਕੁਲ ਖਤਮ ਹੋਣ ਦੇ ਕੰਢੇ ਤੇ ਆ। ਪਿਛਲੇ ਕਾਫੀ ਸਮੇਂ ਤੋਂ ਭਾੜਾ ਬਿਲਕੁਲ ਵੱਧ ਨਹੀਂ ਰਿਹਾ, ਲੇਕਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੈ। ਗਰੀਬੀ ਮਤਲਬ ਕਿ ਲੋਕਾਂ ਨੂੰ ਇੰਨਾ ਸਤਾ ਰਹੀ ਹੈ ਕਿ ਲੋਕਾਂ ਦਾ ਖਾਣਾ ਪੀਣਾ ਬੇਬਸ ਹੋ ਚੁੱਕਾ ਜੀ। ਸਰ, ਇਹਦੇ ਨਾਲ ਜਿੱਦਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ, ਜਿਹੜੇ ਦੋਜੀ ਹੈਗੇ ਨੇ ਦੁੱਧ ਰੋਜ਼ਾਨਾ ਜਿਹੜੇ ਲੈ ਕੇ ਆਉਂਦੇ ਨੇ, ਬ੍ਰੈਡ ਵਗੈਰਾ ਜਿਹੜੇ ਰੋਜ਼ਾਨਾ ਢੋਂਦੇ ਨੇ ਗੱਡੀਆਂ ਦੇ, ਉਹਨਾਂ ਦੀਆਂ ਕੀਮਤਾਂ ਵੀ ਵਧਣਗੀਆਂ। ਉਹਦੇ ਨਾਲ ਮੱਧ ਵਰਗੀ ਲੋਕ ਜਿਹੜੇ ਕਿ ਉਹਨਾਂ ਤੇ ਕਾਫੀ ਅਸਰ ਜਿਹੜਾ ਦੇਖਣ ਨੂੰ ਨਜ਼ਰ ਆ ਰਿਹਾ। ਸਾਹਿਬ ਜੀ, ਇਦਾਂ ਨਾ ਆਮ ਜਨਤਾ ਜਿਹੜੀ ਗਰੀਬ ਜਨਤਾ ਨਾ ਉਹਦਾ ਬਹੁਤ ਬੁਰਾ ਹਾਲ ਚੁੱਕਾ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਹਰ ਚੀਜ਼ ਦੀ ਕੀਮਤ ਵੱਧ ਜਾਂਦੀ ਆ। ਲੋਕੀ ਖਾਣ ਪੀਣ ਤੋਂ ਬੇਬਸ ਹੋ ਚੁੱਕੇ ਆ। ਸਾਹਿਬ ਜੀ, ਗੱਲ ਕਰਦੇ ਜਿਹੜੇ ਇੱਥੇ ਪੈਟਰੋਲ ਡੀਜ਼ਲ ਤੇ ਜਿਹੜੇ ਵਰਕਰ ਹੈਗੇ ਨੇ, ਜਿਹੜੇ ਕੰਮ ਕਰਦੇ, ਉਹਨਾਂ ਨਾਲ ਵੀ ਗੱਲ ਕਰਦੇ। ਆਖਰਕਾਰ ਜਿਹੜਾ ਤੇਲ ਦਾ ਰੇਟ ਹੈਗਾ ਕਿਉਂ ਲਗਾਤਾਰ ਵੱਧਦਾ ਜਾ ਰਿਹਾ? ਸਰ, ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ, ਕੀ ਗੱਲ ਕੀ ਹੈਗੀ ਹੈ? ਸਰ, ਇਹਦੇ ਬਾਰੇ ਸਰ ਅਸੀਂ ਕੁਝ ਨਹੀਂ ਕਹਿ ਸਕਦੇ। ਇਹ ਪਿੱਛੋਂ ਗਵਰਨਮੈਂਟ ਵੱਲੋਂ ਵੱਧ ਰਿਹਾ ਤੇਲ। ਕੁਝ ਦੱਸਿਆ ਜਾ ਰਿਹਾ ਕੱਚੇ ਤੇਲ ਦੀ ਰੇਟ ਨਹੀਂ ਵੱਧ ਰਹੇ ਹੈਗੇ, ਪਰ ਫਿਰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ। ਕੱਚੇ ਤੇਲ ਦੇ ਰੇਟ ਨਹੀਂ ਵਧ ਰਹੇ, ਲੇਕਿਨ ਇਹ ਤੇਲ ਗਵਰਨਮੈਂਟ ਵਧਾ ਰਹੀ ਹੈ, ਟੈਕਸ ਵਧਾ ਰਹੀ ਹੈ ਗਵਰਨਮੈਂਟ, ਤਾਂ ਵਧ ਰਹੇ। ਬਿਲਕੁਲ ਅਮਰਿਤ, ਜਿੱਦਾਂ ਕਿ ਇਹਨਾਂ ਦਾ ਕਹਿਣਾ ਹੈਗਾ ਵੀ ਗਵਰਨਮੈਂਟ ਵੱਲੋਂ ਤੇਲ ਦੇ ਰੇਟ ਜਿਹੜੇ ਹੈਗੇ ਵਧਾਏ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਕੱਚੇ ਤੇਲ ਦੇ ਜਿਹੜੇ ਦਾਮ ਹੈਗੇ ਉਹ ਨਹੀਂ ਕਿਤੇ ਵੀ ਵਧ ਰਹੇ। ਪਰ ਜੇ ਆਮ ਲੋਕਾਂ ਦੀ ਗੱਲ ਕਰੀਏ, ਆਮ ਲੋਕਾਂ ਦਾ ਕਹਿਣਾ ਵੀ ਜਿਹੜੇ ਮੱਧ ਵਰਗੀ ਲੋਕ ਹੈਗੇ ਉਹਨਾਂ ਤੇ ਇਹਨਾਂ ਰੇਟ ਜਿਹੜੇ ਤੇਲ ਦੀਆਂ ਕੀਮਤਾਂ ਜਿਹੜੀਆਂ ਵਧ ਰਹੀਆਂ ਉਹਨਾਂ ਤੇ ਖਾਸਾ ਅਸਰ ਜਿਹੜਾ ਦੇਖਣ ਨੂੰ ਜ਼ਰੂਰ ਮਿਲ ਰਿਹਾ। ਜੀ ਅਮਰਿਤ। बिल्कुल सुरिंदर, पंजाब तो लैके हरियाणा ते देश के वख-वख हिस्सों दे विच लगातार जो इजाफा हो रहा है वो किसी एक नहीं बल्कि पूरे देश के लोगों को परेशान कर रहा है। फिलहाल साडे सहयोगी वख-वख थावां तो जुड़े ने मनोज राठी चंडीगढ़ तो, लुधियाना तो रोहित गौड़ ते गुरुग्राम तो धर्मवीर शर्मा। तो मनोज राठी का रुख करदे हां। तो मनोज, फिलहाल की कह रही ने अज दीयां कीमतां? देखो अमृत,
ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਮੀਡੀਅਮ ਜਿਹੜਾ ਵਰਗ ਹੈ ਉਹ ਕਿਤੇ ਨਾ ਕਿਤੇ ਹੁਣ ਪਰੇਸ਼ਾਨ ਹੋ ਚੱਲਿਆ, ਕਿਉਂਕਿ 13 ਫਰਵਰੀ ਦੀ ਆਪਾਂ ਗੱਲ ਕਰੀਏ 13 14 15 16 17 18 19 20 ਅੱਜ 20 ਤਰੀਕ ਹੈ ਤੇ ਲਗਾਤਾਰ ਜਿਹੜੇ ਰੇਟ ਨੇ 20 ਪੈਸੇ 30 40 ਇਸ ਤਰ੍ਹਾਂ ਦੇ ਜਿਹੜੇ ਰੇਟ ਹੈ ਉਹ ਵੱਧਦੇ ਜਾ ਰਹੇ ਤੇ ਆਪਾਂ ਅੱਜ ਦੀ ਗੱਲ ਕਰੀਏ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਦਾ ਜਿਹੜਾ ਅੱਜ ਦਾ ਰੇਟ ਹੈਗਾ 87.16 ਤੇ ਡੀਜ਼ਲ ਦਾ 80.66 ਯਾਨੀ ਕਿ ਅੱਜ ਦਾ ਜਿਹੜੇ ਰੇਟ 'ਚ ਵਾਧਾ ਹੋਇਆ ਉਹਦਾ ਡੀਜ਼ਲ 'ਚ ਹੋਇਆ 37 ਪੈਸੇ ਤੇ ਪੈਟਰੋਲ 'ਚ ਹੋਇਆ 39 ਪੈਸੇ ਤੇ ਇਹ ਲਗਾਤਾਰ ਜਿਹੜੇ ਰੇਟ ਵੱਧ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਜੇਬ ਹੈ ਉਹ ਵੀ ਢਿੱਲੀ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹ ਜਿਹੜੇ ਲੋਡਿੰਗ ਦੀ ਆਪਾਂ ਗੱਲ ਕਰੀਏ ਕਿਉਂਕਿ ਮੀਡੀਅਮ ਪਰਿਵਾਰ 'ਚ ਜਿਹੜੇ ਲੋਡਿੰਗ ਦੇ ਆਟੋਜ਼ ਹੁੰਦੇ ਨੇ ਜਿਹੜੇ ਲੋਡਿੰਗ ਦੇ ਹੁੰਦੇ, ਹਾਲਾਂਕਿ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਿਹੜੇ ਰੇਟ ਹੈ ਉਹਨਾਂ ਨੂੰ ਨਹੀਂ ਮਿਲਦੇ, ਲੇਕਿਨ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਹੈ ਉਹ ਵੱਧਦੇ ਜਾ ਰਹੇ ਲੇਕਿਨ ਮਾਰਕੀਟ 'ਚ ਉਹਨੂੰ ਇੰਨੇ ਰੇਟ ਨਹੀਂ ਮਿਲਦੇ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲੀ ਪ੍ਰੋਬਲਮ ਹੈ ਉਹ ਲਗਾਤਾਰ ਵੱਧ ਰਹੀ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ है क्योंकि कोरोना हटिया भाजी तुसी आओ 2 मिनट इधर आओ आप ऑटो वाले हो लगातार रेट बढ़ रहे हैं लगातार एक हफ्ता हो गया जी, नाम ही नहीं लेता रुकने के। तो फिर आपका किस तरह से आपको रेट मिलते हैं? ये कुछ नहीं रेट मेरा किराया घटा जा रहा है जी। अच्छा आगे ये तो तेल कितना हो गया जी, कुछ समझ में नहीं आ रहा, क्या करूँ मैं। अच्छा मजबूरी में चलाना पड़ रहा है जी। तो अमृत क्योंकि ये ਜਿਹੜੇ ਆਟੋ ਵਾਲੇ ਨੇ ਜਿਹੜੇ ਲੋਡਿੰਗ ਦੇ ਆਟੋਜ਼ ਨੇ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਰੇਟ ਇਹਨਾਂ ਨੂੰ ਜਿਹੜੇ ਰੇਟ ਹੈ ਉਹ ਨਹੀਂ ਮਿਲਦੇ, ਲੇਕਿਨ ਜਿਹੜੇ ਪੈਟਰੋਲ ਡੀਜ਼ਲ ਦਾ ਜਿਹੜਾ ਰੇਟ ਹੈ ਉਹ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਮੀਡੀਅਮ ਵਰਗ ਜਿਹੜੇ ਹੈ ਆਟੋਜ਼ ਵਾਲੇ ਨੇ ਜਿਹੜੇ ਲੋਡਿੰਗਸ ਦੇ ਹੈ ਉਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਜਿਹੜੇ ਕਾਮਨ ਪੀਪਲਸ ਨੇ ਜਿਹੜੇ ਮੀਡੀਅਮ ਵਰਗ ਨੇ ਉਹਨਾਂ ਨੂੰ ਵੀ ਦਿੱਕਤਾਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ ਹੈ, ਕਿਉਂਕਿ ਜਿਹੜੇ ਰੇਟ ਹੈ ਉਹਨਾਂ 'ਚ ਵਾਧਾ ਲਗਾਤਾਰ ਵੱਧਦਾ ਜਾ ਰਿਹਾ ਹੈ। ਲਗਾਤਾਰ ਵਾਧਾ ਹੋਣ ਕਰਕੇ ਜਿਹੜੇ ਲੋਕ ਨੇ ਉਹ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਤਰ੍ਹਾਂ ਦੀ ਦਿੱਕਤਾਂ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਹੈ ਉਹ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਲਗਾਤਾਰ, ਕਿਉਂਕਿ ਕਰੋਨਾ ਤੋਂ ਬਾਅਦ ਕਈਆਂ ਦਾ ਜਿਹੜਾ ਬਿਜ਼ਨਸ ਹੈ ਕਈਆਂ ਦਾ ਜਿਹੜੀ ਚੀਜ਼ਾਂ ਉਹ ਕਿਤੇ ਨਾ ਕਿਤੇ ਖਤਮ ਹੋਈ ਹੈ, ਲੇਕਿਨ ਹੁਣ ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਹੈ ਉਹ ਲਗਾਤਾਰ ਵੱਧ ਰਿਹਾ, ਜਿਹਦੇ ਕਰਕੇ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਹੈ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੈ ਸਿੱਧਾ ਆਪਾਂ ਗੱਲ ਵੀ ਕਰੀਏ ਕਿ ਜਿਹੜੇ ਆਟੋਜ਼ ਵਾਲੇ ਨੇ ਜਿਹੜੇ ਲੋਡਿੰਗ ਦੇ ਪਰਸਨ ਨੇ ਉਹਨਾਂ ਦਾ ਬੜਾ ਦਿੱਕਤ ਹੈ, ਔਰ ਜਿਹੜੇ ਲੋਡਿੰਗਸ ਤੇ ਇਸ ਤਰ੍ਹਾਂ ਦੀ ਜਿਹੜੀ ਸਪਲਾਈ ਕਰਦੇ ਨੇ ਹੋਰ ਜਿਹੜੀ ਹਾਂਜੀ भैया पेट्रोल लगातार बढ़ रहा है, दिक्कतें क्या? ऑब्वियसली फर्क तो पड़ा है। हाँ फर्क तो है ही है। फर्क पड़ा है। हाँ दिक्कत तो अमृत क्योंकि सब तो बड़ी गल है कि ਜਿਹੜੇ डेली ਦੇ ਜਿਹੜੇ ਸਪਲਾਇਰਸ ਨੇ डेली ਦੇ ਜਿਹੜੇ ਹੋਰ ਸਪਲਾਇਰਸ ਨੇ ਉਹਨਾਂ ਨੂੰ ਕਾਫੀ ਪ੍ਰੋਬਲਮਸ ਹੋ ਰਹੀ ਹੈ, ਕਿਉਂਕਿ ਹੁਣ ਜਿਹੜਾ ਰੇਟ ਹੈ ਉਹ 87 ਪੁਆਇੰਟ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ 87.16 ਹੋ ਚੱਲਿਆ, ਯਾਨੀ ਕਿ 90 ਦੇ ਕਰੀਬ ਪਹੁੰਚ ਚੱਲਿਆ, ਲੇਕਿਨ ਉਹਨਾਂ ਨੂੰ ਉਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਆਪਣਾ ਮਾਰਕੀਟ ਦੀ ਆਪਾਂ ਗੱਲ ਕਰੀਏ ਇੰਨਾ ਉਹਨਾਂ ਨੂੰ ਪੈਸੇ ਜਿਹੜੇ ਹੈਗੇ ਉਹ ਨਹੀਂ ਮਿਲਦੇ, ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਲੋਕਾਂ ਨੂੰ ਜਿਹੜੀ ਹੈ फेस करनी पड़ रही है। सर लगातार रेट बढ़ रहे हैं, दिल्ली बढ़ रहे हैं जी, बहुत प्रॉब्लम है। अच्छा तो कहीं ना कहीं ऑब्वियस दिक्कतें तो है, बहुत दिक्कत आती है सर, सैलरी तो हमारी वही रहती है, तेल के रेट बढ़ रहे हैं और काम फील्ड का है हमारा। ਤੇ ਅੰਮ੍ਰਿਤ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਲਗਾਤਾਰ ਵੱਧ ਰਹੀਆਂ ਜੀ, ਆਪਾਂ ਗੱਲ ਕਰੀਏ ਜਿੱਦਾਂ 13 ਤਰੀਕ ਤੋਂ ਲੈ ਕੇ 30 ਪੈਸੇ 40 ਪੈਸੇ ਇਸ ਤਰ੍ਹਾਂ ਦੇ ਜਿਹੜੇ ਰੇਟ ਹੈਗੇ ਉਹ ਵੱਧਦੇ ਰਹੇ। ਹੁਣ ਪੈਟਰੋਲ ਦੀ ਆਪਾਂ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਪੈਟਰੋਲ ਦੇ ਜਿਹੜੇ ਰੇਟ ਹੈ ਹੁਣ 87.16 यानी कि 90 के करीब ਜਿਹੜੇ ਪੈਟਰੋਲ ਦੇ ਰੇਟ ਵੱਧ ਚੁੱਕੇ ਨੇ। ਹਾਲਾਂਕਿ ਜਿਹੜੇ ਵੀ ਮੀਡੀਅਮ ਵਰਗਸ ਨੇ ਜਿਹੜੇ ਮੋਟਰਸਾਈਕਲਸ ਐਕਟਿਵਾ ਵਾਲੇ ਪਰਸਨਸ ਨੇ ਹੁਣ ਉਹਨਾਂ ਨੂੰ ਵੀ ਸੋਚਣਾ ਪੈ ਰਿਹਾ ਕਿਉਂਕਿ ਘਰ ਦਾ ਖਰਚ ਕੋਰੋਨਾ ਦੇ ਟਾਈਮ 'ਚ ਕਿਸ ਤਰ੍ਹਾਂ ਦੀ ਪ੍ਰੋਬਲਮ ਬਿਲਕੁਲ ਮਨੋਜ ਤਾਂ ਸਭ ਤੋਂ ਵੱਧ ਫਰਕ ਜੋ ਕਹਿ ਸਕਦੇ ਆ ਕਿ ਮੱਧਵਰਗੀ ਪਰਿਵਾਰਾਂ ਨੂੰ ਪੈਂਦਾ, ਖਾਸ ਤੌਰ ਤੇ ਜੋ 2 ਵਹੀਕਲਸ ਵਾਲੇ ਨੇ ਨੌਕਰੀ ਪੇਸ਼ਾ ਹੁੰਦੇ ਨੇ ਜ਼ਿਆਦਾਤਰ, ਤੇ ਜਿਵੇਂ ਫੀਲਡ ਵਰਕ ਵਾਲਿਆਂ ਦਾ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਤੇ ਅਜਿਹੇ ਦੇ ਵਿੱਚ ਆਮਦਨ ਨਹੀਂ ਵੱਧ ਰਹੀ, ਆਮਦਨ ਉੱਥੇ ਦੀ ਉੱਥੇ ਖੜੀ ਹੈ ਪਰ ਖਰਚਾ ਜੋ ਹੈ ਉਹ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਹੈ। ਤਾਂ ਫਿਲਹਾਲ ਰੋਹਿਤ ਗੌਰ ਸਾਡੇ ਸਹਿਯੋਗੀ ਲੁਧਿਆਣਾ ਤੋਂ ਜੁੜੇ ਨੇ। ਤਾਂ ਰੋਹਿਤ, ਆਮਦਨ 98 ਤੇ ਖਰਚਾ ਰੁਪਈਆ ਵਾਲਾ ਗੱਲ ਅੱਜ ਕੱਲ ਹੋ ਰਹੀ ਹੈ ਕਿਉਂਕਿ 12ਵੇਂ ਦਿਨ ਲਗਾਤਾਰ ਪ੍ਰਾਈਸ ਵੱਧ ਰਹੇ ਨੇ, ਬ੍ਰੇਕ ਕਦੋਂ ਲੱਗੇਗੀ ਅਜੇ ਇਸ ਦੀ ਕੋਈ ਉਮੀਦ ਵੀ ਨਜ਼ਰ ਨਹੀਂ ਆ ਰਹੀ। अमृत तुसी बिल्कुल सही गल कही है कि आमदनी 98 खर्चा रुपया, ये गल कहावत बिल्कुल अज दे डेट दे बिल्कुल साबित हो रही है, क्योंकि जिस कदर पेट्रोल और डीजल दे रेट बढ़ते पे ने उसका सीधा सीधा असर आम लोगों उत्ते पै रहा है, क्योंकि आम लोग सब तो ज़्यादा पिसिया जाता है, क्योंकि गरीब रह जाता, अमीर होर अमीर होंदा जाता, पर गरीब की जी आमदनी हैगी है वो 98 ही हैगी है, खर्चा वह रुपया होंदा जा रहा है। इस करके सब तो पहले मैं तुहानूं दिखाना चाहूँगा कि अज दा पेट्रोल का ਜਿਹੜਾ ਰੇਟ ਹੈਗਾ ਵਾ ਉਹ ਕਿੰਨਾ ਵਾ। ਅੱਜ ਦਾ ਰੇਟ ਜਿਹੜਾ ਵਾ 92 ਰੁਪਏ 8 ਪੈਸੇ ਹੈਗਾ ਵਾ, ਔਰ ਜਿਹੜਾ ਡੀਜ਼ਲ ਦਾ ਰੇਟ ਹੈਗਾ ਉਹ 83 ਰੁਪਏ 17 ਪੈਸੇ ਹੈਗਾ ਵਾ। ਤਾਂ ਇੱਥੋਂ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ 12ਵੇਂ ਦਿਨ ਵੀ ਲਗਾਤਾਰ ਜਿਹੜੇ ਪੈਟਰੋਲ ਔਰ ਡੀਜ਼ਲ ਦੇ ਰੇਟ ਜਿਹੜੇ ਨੇ ਉਹ ਵੱਧ ਰਹੇ ਨੇ, ਔਰ ਲੋਕਾਂ ਦੀ ਮਜਬੂਰੀ ਹੈ ਪੈਟਰੋਲ ਔਰ ਡੀਜ਼ਲ ਪਵਾਉਣਾ, ਕਿਉਂਕਿ ਪੈਟਰੋਲ ਔਰ ਡੀਜ਼ਲ ਤੋਂ ਬਿਨਾ
ਜਿਹੜੀ ਆਵਾਜਾਈ ਹੈ ਉਹ ਨਹੀਂ ਹੋ ਸਕਦੀ। ਇਸ ਕਰਕੇ ਲੋਕਾਂ ਦੀ ਮਜਬੂਰੀ ਹੈ ਪੈਟਰੋਲ ਔਰ ਡੀਜ਼ਲ ਨੂੰ ਪਵਾਉਣਾ, ਔਰ ਦੂਜੇ ਪਾਸੇ ਪੈਟਰੋਲ ਔਰ ਡੀਜ਼ਲ ਦਾ ਰੇਟ ਵਧਣਾ ਸਿੱਧੇ ਤੌਰ ਦੇ ਉੱਤੇ ਹਰੇਕ ਚੀਜ਼ ਦੇ ਉੱਤੇ ਇੰਪੈਕਟ ਪੈਂਦਾ ਵਾ, ਕਿਉਂਕਿ ਜਿਹੜੀ ਟਰਾਂਸਪੋਰਟਿੰਗ ਹੁੰਦੀ ਹੈ ਉਸ ਦੇ ਉੱਤੇ ਸਿੱਧੇ ਤੌਰ ਤੇ ਫਰਕ ਪੈਂਦਾ ਵਾ, ਔਰ ਉਸ ਫਰਕ ਦੇ ਨਾਲ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ। ਜੇ ਅਗਰ ਕਿਸੇ ਇਨਸਾਨ ਨੇ ਕੋਈ ਇੱਕ ਸੂਈ ਵੀ ਲੈਣੀ ਹੈ ਤਾਂ ਉਹ ਸੂਈ ਕਿਸ फैक्ट्री च बनती है, उस फैक्ट्री तो चल के होलसेलर को पहुंचती है, होलसेलर तो पहुंच के दुकानदार तक पहुंचती है, दुकानदार तो पहुंच के एक गाहक कोल पहुंचती है। तो उसके उत्ते जिहड़ा खर्चा वा वो ट्रांसपोर्टिंग का सब तो ज़्यादा लगता वा। ट्रांसपोर्टिंग मतलब कि पेट्रोल और डीजल दे नाल ही हर व्हीकल चलता वा, तो पेट्रोल और डीजल का जिहड़ा फर्क हैगा वा ਉਹ ਲਗਾਤਾਰ ਜਿਹੜਾ ਹੁਣ ਵੱਧਦਾ ਨਜ਼ਰ ਆ ਰਿਹਾ ਵਾ, ਤੇ ਉਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਜਨਜੀਵਨ ਦੇ ਉੱਤੇ ਪੈਣਾ ਸ਼ੁਰੂ ਹੋ ਚੁੱਕਾ ਵਾ। ਲੋਕਾਂ ਦੀ ਮਜਬੂਰੀ ਹੈ ਪੈਟਰੋਲ ਪਵਾਉਣਾ, ਪਰ ਲੋਕ ਮਜਬੂਰ ਨੇ ਕਿਉਂਕਿ 100 ਰੁਪਏ ਦੇ ਆਸ-ਪਾਸ ਹੁਣ ਰੇਟ ਲੱਗਦਾ ਜਾ ਰਿਹਾ ਵਾ, ਕਿਉਂਕਿ 92 ਰੁਪਏ ਅੱਜ ਦਾ ਰੇਟ ਹੈ ਤੇ 8 ਰੁਪਏ ਮਹਿਜ਼ ਸਿਰਫ ਘੱਟ ਰਹਿ ਗਏ ਨੇ। ਤੇ 1 ਲੀਟਰ ਦੇ ਵਿੱਚ ਇੱਕ ਵਹੀਕਲ ਦੀ ਜਿਹੜੀ ਖਪਤ ਹੁੰਦੀ ਹੈ, ਜੇਕਰ ਬਾਈਕ ਦੀ ਗੱਲ ਕੀਤੀ ਜਾਵੇ ਤਾਂ 30 किलोमीटर चलता वै, तो रोज़ाना एक आम इंसान के लिए बाइक नूं चलाना जिहड़ा वै वो लगभग 100 किलोमीटर के आस पास हुंदा वै। तो इस करके किते ना किते हर जिहड़े शख्स की जिहड़ी खपत हैगी वो वध जांदी, उन्हां दा बजट हिल जांदा वै, घर दी जिहड़ी घरदियां दा खर्चा हुंदा वै वो हिल जांदा वै, क्योंकि रोज़ाना दी तौर ते क्योंकि जिहड़ा खर्चा उन्हां नूं जिहड़ी आमदनी हुंदी है वो उत्थे दी उत्थे ही खड़ी है, और जिहड़ा महंगाई है वो रेट उहदा वधदा जा रहा वै। ते इस करके लोग परेशान ने। लोकां दी परेशानी दा सबब हुण किते ना किते पेट्रोल और डीजल बनदा जा रहा वै। ते उस करके सरकार नूं सोचना पैना वै कि ये पेट्रोल और डीजल दी रेट दा जिहड़ा फर्क हैगा वै इस नूं किते ना किते घटाउण दी ज़रूरत हैगी है। लोग हर पासों परेशानी, क्योंकि जिहड़ा गैस सिलेंडर हैगा वै उहदा भी रेट वध रहा वै, ते पेट्रोल और डीजल का भी। पेट्रोलियम पदार्थ जिहड़े जिन्ने भी हैगे ने वो सारे उत्ते इंपैक्ट पैंदा वै, और लुधियाना एक इंडस्ट्री का गढ़ हैगा वै जिथे पेट्रोल की खपत आम लोग यूज़ करते हैं, तो दूजे पासे फैक्ट्रियां दे विच डीजल की खपत सब तो ज़्यादा होंदी है। तो इत्थों भी तुसीं अंदाज़ा लगा सकते हो कि लुधियाना शहर के उत्ते पेट्रोल और डीजल रेट वधने किस चीज़ के उत्ते इंपैक्ट पाते हैं। अमृत बिल्कुल रोहित, तो सीधे तौर पर जो फर्क है वो बहुत ज्यादा पैंदा है, तो सिर्फ एक चीज से फर्क नहीं पैंदा बल्कि बजट जो है वो पूरा हिल जाता है। जो महीने का बजट सैट करके रखा होंगे उस दे विच जेकर पेट्रोल डीजल का बजट ही वध जाएगा तो जाहिर जी गल है कि बाकी बजट भी हिलेगा। अमित शर्मा भी साडे सहयोगी अमृतसर तो जुड़ गए हैं, धर्मवीर शर्मा गुरुग्राम तो जुड़े हुए हैं, तो हरियाणा का हाल जान लेने। तो धर्मवीर, लगातार पेट्रोल डीजल की कीमतें बढ़ रही हैं, जिस तरीके से 12वां दिन हो चुका है लेकिन अभी तक ब्रेक लगती हुई नजर नहीं आ रही, तो क्या कुछ हाल है हरियाणा का? 20 तारीख है, यानी कि 20 दिन बीते हैं और इन 20 दिनों में 14 बार जो है पेट्रोल डीजल के प्राइस जो है वो बढ़े हैं। लगातार 12वां दिन है आज जब पेट्रोल और डीजल के दाम बढ़े हैं, तो जाहिर सी बात है कि एक बड़ा कहीं ना कहीं जो मीडियम क्लास जो लोग हैं उनके लिए एक बड़ा परेशानी का सबब बना है, क्योंकि हर एक आदमी का जो घर का जो बजट है वो इससे गड़बड़ा गया है। हरियाणा की अगर मैं बात करूँ तो गुरुग्राम जो है हरियाणा की आर्थिक राजधानी कहा जाता है। यहाँ पर बहुत सारे कॉर्पोरेट हाउसेज के साथ साथ बहुत सारी इंडस्ट्रीज यहाँ पर हैं, बहुत सारे जो लोग हैं वो यहाँ रहते हैं। जाहिर सी बात है कि इंडस्ट्री से जो भी सामान बनता है जो बाहर जाता है तो उसके ऊपर भी फर्क पड़ा है, क्योंकि डीजल का प्राइस जब बढ़ता है तो उसका असर सीधे तौर पर आम आदमी की जेब पर पड़ता है, क्योंकि माल ढुलाई जो भी होती है वो डीजल गाड़ियों के थ्रू होती है, और जब डीजल गाड़ियों के थ्रू माल ढुलाई होगी तो जाहिर सी बात है कि उसका किराया जो है वो लगातार बढ़ेगा, और उसका लगातार किराया अगर बढ़ेगा तो उसका असर जो है वो आम आदमी की जेब पर ही पड़ेगा, क्योंकि आम आदमी जब भी कोई चीज लेने जाएगा तो जाहिर सी बात है उसे उसका भुगतान करना होगा, इसलिए उसको वो हर एक चीज जो है वो महंगी मिलती हुई नजर आएगी, चाहे वो सब्जी हो चाहे फिर दूसरी चीजें क्यों ना हो, हर एक चीज जो है वो लगातार महंगी हो रही है। लगातार पिछले दिनों हमने देखा कि सब्जी जो है उसमें इजाफा हुआ है, दूसरा जो खान पान का सामान है उसमें इजाफा हुआ है। गुरुग्राम जो शहर है वो जिस तरह से दिल्ली के साथ सटा हुआ है, एनसीआर का हिस्सा है, बहुत से लोग जो है वो कामकाज के लिए ना सिर्फ दिल्ली जाते हैं बल्कि दिल्ली के लोग गुरुग्राम आते हैं, और यहाँ पर जाम एक बड़ी समस्या रहा है। तो जाहिर सी बात है कि एक तो साथ में पेट्रोल डीजल के प्राइस बढ़ जाना, और उसके बाद घंटों जाम में खड़े होकर के उस पेट्रोल डीजल का व्यस्त जो है एक तरह से बेकार में खर्च होना भी लोगों की जेब पर भारी पड़ता है। पहले तो महंगा डीजल खरीदो, उसके बाद जाम में फंस करके उस डीजल की बर्बादी होती है, तो ये दोहरी मार जो है गुरुग्राम के लोगों के ऊपर पड़ती है, और यही वजह है कि लगातार जो लोग हैं वो परेशान हैं, घर का बजट गड़बड़ा गया है सब लोगों का। जो मीडियम क्लास लोग जो खास तौर से उनके लिए सबसे ज्यादा दिक्कत है।
वो लगातार ये बात करते हैं कि अगर उन्हें गुरुग्राम से नोएडा जाना है या गुरुग्राम से दिल्ली जाना है तो उन्हें 40 अगर एवरेज लगाएं तो जो 40 किलोमीटर का सफर है वो करीब 2.5 से 3 घंटे में तय करना पड़ता है। यानी कि 2.5 से 3 घंटे लगातार जब गाड़ी चलती है तो आप समझ सकते हैं कि कितना पेट्रोल और डीजल खर्च होता है। अगर हम बात करें, अगर जाम की स्थिति ना हो तो ये 40 मिनट का जो सफर है ज्यादा से ज्यादा 1 घंटे में तय किया जा सकता है, लेकिन जाम की वजह से 1.5 घंटा ज्यादा। ਬਿਲਕੁਲ ਧਰਮਵੀਰ, ਤਾਂ ਸਿੱਧੇ ਤੌਰ ਤੇ ਮੱਧ ਵਰਗੀ ਲੋਕਾਂ ਨੂੰ, ਖਾਸ ਤੌਰ ਤੇ ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਜ਼ਿਆਦਾ ਫਰਕ ਪੈਂਦਾ ਹੈ, ਪਰ ਕੁੱਲ ਮਿਲਾ ਕੇ ਦੇਸ਼ ਦਾ ਵੱਖ-ਵੱਖ ਵਰਗ ਹੈ ਜੋ ਪੂਰੀ ਤਰ੍ਹਾਂ ਪਰੇਸ਼ਾਨ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਸ ਵੱਧ ਰਹੀ ਮਹਿੰਗਾਈ ਦਾ ਅਸਰ ਹਰ ਕਿਸੇ ਤੇ ਪੈਂਦਾ ਹੈ। ਅਮਿਤ ਵੀ ਸਾਡੇ ਸਹਿਯੋਗੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ। ਤਾਂ ਅਮਿਤ, ਲਗਾਤਾਰ ਬਿਨਾਂ ਬ੍ਰੇਕ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ, ਬੇਲਗਾਮ ਹੋ ਗਏ ਨੇ ਇਹ ਦਾਮ। ਫਿਲਹਾਲ ਕੀ ਕਹਿੰਦੇ ਨੇ ਅੰਮ੍ਰਿਤਸਰ ਦੇ ਰੇਟ ਅੱਜ ਦੇ? जी बिल्कुल, अमृतसर की रेट की गल करिए तो पेट्रोल और डीजल के लगभग 38 पैसे का इजाफा हुआ तो पहली बार नहीं होया, लगभग 10वीं बार इस बार फरवरी के महीने के पेट्रोल और डीजल के रेटा के फर्क पिया। तुम देख सकते हो कि असीं एक पेट्रोल पंप से खड़े हैं तो कल की गल करिए तो कल जो पेट्रोल से 91 रुपये 67 पैसे से तो जो अज वध के 92 रुपये 5 पैसे हो गया, 38 पैसे लगभग इजाफा होया। तो नाल ही डीजल की गल करिए तो 82 रुपये 70 पैसे कल का रेट से जो अज 83 रुपये 15 पैसे 38 पैसे इसका भी इजाफा होया। सो अगर असीं पेट्रोल और डीजल की गल करिए तो सिर्फ पेट्रोल और डीजल के रेट ही सिर्फ वधदे नहीं पे, लेकिन इस दे नाल अगर पेट्रोल और डीजल के रेट वधूगे तो आम जिंदगी दे विच भी उसका असर पएगा, क्योंकि बसां के किराए भी वधूगे तो सब्जियां दे विच भी इजाफा हो रहा है। सो लोग जरूर पवाण आंदे, लेकिन लोकां दे एक बार गल करिए तो लोगों ने अगे जो पेट्रोल ज्यादा पवाते सी, हुण सिर्फ उसकी लिमिटेशन रह गई है, कुछ पैसों का ही पेट्रोल पाया जा रहा है। भाजी पेट्रोल के रेटा के डीजल के रेटा के लगातार इजाफा हो रहा है। अज फिर एक बार 38 पैसे का इजाफा होया। की कहना चाहोगे, कितना मार जी महंगाई की पेट्रोल और डीजल की आम लोगों की जिंदगी ते पै रही है? आम लोगों के बहुत ज़्यादा बोझ पै रहा, ये रेट घटाने चाहिए। GST के वैट सरकार को घटाना चाहिए, स्टेट गवर्नमेंट को भी तो सेंटर गवर्नमेंट को, ये दोवें घटाउणगे तो फिर ही रेट घट सकता। GST ਅਤੇ ਵੈਟ ਸਰਕਾਰਾਂ ਨੂੰ ਘਟਾਉਣੇ ਚਾਹੀਦੇ, ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ, ਦੋਵਾਂ ਨੂੰ ਘਟਾਉਣੇ ਚਾਹੀਦੇ, ਤਾਂ ਹੀ ਇਸ ਦੇ ਵਿੱਚ ਥੋੜੀ ਜਿਹੀ ਕਟੌਤੀ ਹੋਏਗੀ। ਕਿਉਂਕਿ ਲਗਾਤਾਰ ਜਿਹੜਾ ਪਿਛਲੇ ਕਈ ਦਿਨਾਂ ਤੋਂ ਦੇਖੀਏ, ਮਾਰਚ ਦੇ ਮਹੀਨੇ ਤੋਂ ਦੇਖੀਏ, ਫਰਵਰੀ ਦੇ ਮਹੀਨੇ ਤੋਂ ਦੇਖੀਏ, ਤੇ ਲਗਾਤਾਰ ਇਸ ਦਾ ਇਜ਼ਾਫਾ ਲਗਾਤਾਰ ਪੈਟਰੋਲ ਅਤੇ ਡੀਜ਼ਲ ਦਾ ਹੋ ਰਿਹਾ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਇਸ ਦਾ ਕਾਫੀ ਅਸਰ ਪੈ ਰਿਹਾ। ਕਿਉਂਕਿ ਕਰੋਨਾ ਮਹਾਮਾਰੀ ਦੇ दौरान अगर गल करिए तो लोगों के कामकाज भी काफ़ी घट गए ने, लोगों के कामकाज चले गए ने। सो हुण इस तरह का इजाफा लोगों की आम जिंदगी ने इसकी मार पैंदी नज़र आ रही है जी। बिल्कुल अमित, तो हर कोई परेशान है, किसी एक सूबे का यह हाल नहीं है, बल्कि पूरे तमाम सूबे तमाम देश के विच लोग परेशान हो रहे हैं। पर इस परेशानी तो राहत कदों मिलेगी, ये फिलहाल एक वड्डा सवाल जरूर है। शुक्रिया अमित, फिलहाल तस्वीरां दर्शकों के नाल साझियां करन दे लई। वख-वख थावां तो साडे सहयोगी जुड़े जिन्होंने हाल दस्सिया पंजाब तो लैके हरियाणा तक दा कि किस कदर जो वध रहीआं इन्हां पेट्रोल डीजल दीआं कीमतां तो लोग परेशान ने। कोई समा सी पेट्रोल ते डीजल दे रेट दे विच अद्धो अध फर्क हुंदा सी, पर अज पेट्रोल ते डीजल दे जो रेट ने उन्हां दे विच कोई खास फर्क नहीं रह गया है, क्योंकि लगातार तेल दीआं कीमतां क्यों जो वध रही ने, क्यों वध रही ने, वो भी असीं तुहानूं जो ग्राफिक्स के जरिए समझाउण दी कोशिश कर रहे हैं कि इस बार जो कच्चा तेल है, वो कच्चे तेल दीआं कीमतां भी जिस तरह वधियां ने। 1 जनवरी नूं $51 प्रति बैरल जो कीमत सी, उस तो बाद जिस तरीके दे नाल समा अगे वधिया, उस तरीके दे नाल केंद्र दे वल्लों पेट्रोल डीजल ते उत्पाद शुल्क जो नहीं घटाया गया, तो उस शुल्क ना घटाए जाना भी पेट्रोल डीजल दीआं वध रहीआं कीमतां दा कारण बन रहा है। क्योंकि कच्चा तेल भी 13 महीनों दे विच सब तो महंगे पद्धर ते है, ते यह भी एक कारण है पेट्रोल डीजल दीआं कीमतां वधण दा। ਹੁਣ ਬਚਦਾ ਬਚਾਉਂਦਾ ਤਾਂ ਖੈਰ ਕੀ ਹੈਗਾ, ਠੀਕ ਹੈ ਨਾ। ਸਾਡੀ ਦੁੱਧ ਦੀ ਸਪਲਾਈ ਇਹ 'ਚ ਮਾਰਜਨ ਤਾਂ ਹੈ ਨਹੀਂਗਾ, ਤੇ ਲੋਕ ਘਰਾਂ 'ਚ ਹੁਣ ਦੁੱਧ ਮੰਗਦੇ ਆ, ਠੀਕ ਹੈ ਨਾ। ਉਸ ਕਰਕੇ ਸਾਨੂੰ ਹੁਣ ਦਿੱਕਤ ਆ ਰਹੀ ਹੈ, ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਘਰ ਦੇ ਬਜਟ ਨਾਲ ਹੁਣ ਪ੍ਰਾਈਵੇਟ ਨੌਕਰੀ ਵਾਲਾ ਤਾਂ ਮਰ ਗਿਆ, ਠੀਕ ਹੈ ਨਾ। ਉਹਦੇ ਕੋਲ तेल ਦਾ ਹੀ ਖਰਚਾ ਨਿਕਲੇਗਾ, ਘਰ ਦਾ ਖਰਚਾ ਤਾਂ ਨਿਕਲੇਗਾ ਹੀ ਨਹੀਂ ਸਰ। इनका सीधा सीधा असर हमारी जो गरीब फैमिली है, जो मीडियम फैमिली है, उनके ऊपर सीधा डाका पड़ रहा है, उनकी जेब के ऊपर सीधा डाका पड़ रहा है। अगर यही हालात रहे तो आने वाला समय बहुत ही मुश्किल बन रहा है। पेट्रोल तो इन्ना महंगा हो गया, पाना ही औखा है, ठीक है जी। इन्ना पेट्रोल महंगा होने की खातर अं जिथे 500 का 700 का पाना तो कहता 200-300 का होर पवा लो, घाटे च लग जाए। हर चीज़ों का रेट बढ़ रहा भाजी,
ਉਹ ਤਾਂ ਜਨਤਾ ਦੇ ਪੈ ਰਿਹਾ ਸਾਰਾ ਕੁਝ। ਸਰਕਾਰਾਂ ਥੋੜਾ ਕੁਝ ਸੋਚ ਰਹੀਆਂ ਆ। फर्क पड़ रहा है, आम जनता को बहुत परेशानी हो रही है। रोज जो पेट्रोल और डीजल के दाम बढ़ रहे हैं, जो रोज़गार के लिए काम कर रहे हैं, पहला तो रोज़गार ही बहुत कम हो चुका है और बढ़ती महंगाई के कारण आम जनता पे बहुत असर पड़ रहा है। जेब खर्च बहुत कम हो चुका है। अब हम जहाँ 200 का डलवा रहे थे अब 150 में काम चला रहे हैं। सोच रहे हैं कि बाइक ना चलाएं या ऐसे ही चले जाएं या साइकिल में चले जाएं भी, ताकि बचत हो, क्योंकि इससे बढ़ने से, दोनों चीज़ें बढ़ने से, डीजल खासकर बढ़ने से महंगाई बढ़ती है। कोई राहत वाली कोई गल नहीं है ਇਹਦੇ ਵਿੱਚ। ਇਸ ਤੋਂ ਵਧੀਆ ਤੁਸੀਂ 100 ਰੁਪਏ ਤੇਲ ਦਾ ਰੇਟ ਹੈ, ਪੈਟਰੋਲ ਦਾ ਰੇਟ ਹੈ ਜੀ, ਉਹ 100 ਰੁਪਏ ਦਾ ਤੁਸੀਂ ਦੁੱਧ ਪੀਓ, ਸਾਈਕਲ ਚਲਾਓ। ਵੀਰੇ ਦਿਨੋਂ ਦਿਨ ਤੇਲ ਦੀ ਕੀਮਤ ਵੱਧਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਸੀ। ਡੇਲੀ ਦੇ ਯੂਜ਼ ਕਰਨ ਵਾਲੇ ਪੈਟਰੋਲ ਆ ਕੀਮਤਾਂ ਵੱਧਦੀਆਂ, ਤਨਖਾਹ ਵਿੱਚ ਕੋਈ ਇਜ਼ਾਫਾ ਨਹੀਂ ਹੋ ਰਿਹਾ। ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਨੌਜਵਾਨਾਂ ਨੂੰ ਬੇਰੁਜ਼ਗਾਰੀ ਤੋਂ ਛੁਟਕਾਰਾ ਮਿਲੇਗਾ ਜਾਂ ਇੰਨਾ ਕੁਝ ਮਿਲੇਗਾ। ਤੇਲ ਦੀ ਕੀਮਤ ਤੁਹਾਡੇ ਸਾਹਮਣੇ 91 ਰੁਪਏ ਤੇਲ ਹੋ ਚੁੱਕਾ, ਡੇਲੀ ਦੀ ਡੇਲੀ ਪਾਉਣਾ। ਇੰਨੀ ਮਜਬੂਰੀਆਂ ਨੇ ਬੰਦੇ ਦੀਆਂ, ਕਿੱਥੋਂ ਗਰੀਬ ਬੰਦਾ ਆਪਣੇ ਤਰੱਕੀ ਦੇ ਉਹ ਕਰੂਗਾ, ਕਿੱਥੋਂ ਗੁਜ਼ਾਰਾ ਕਰੂਗਾ ਗਰੀਬ ਬੰਦਾ। तो हुण गल करन जांदे हां किसानां दी। किसानां दा हल्ला बोल लगातार जारी है। किसानां दा अंदोलन 3 महीने तो दिल्ली दे बॉर्डरां ते जारी है ते सब दे विचाले किसानां दे संयुक्त मोर्चे दी अज मीटिंग होण जा रही है। जी हां, संयुक्त किसान मोर्चा अज ਸਿੰਘੂ बॉर्डर ते बैठक करेगा ते विचार चर्चा इस दे विच कीती जावेगी। अगे दी रणनीति नूं लैके गलबात होवेगी। संयुक्त किसान मोर्चे की मीटिंग तो पहला पंजाब दीआं जो जथेबंदियां ने वह भी 11 बजे बैठक करन जा रही ने ते उस तो बाद संयुक्त किसान मोर्चे दे वल्लों बैठक की जावेगी। करीब 3 महीनों तो दिल्ली के बॉर्डर से किसानों का धरना जारी है। खेती कानून रद्द करने की मांग किसान कर रहे हैं तो दूजे पासे जो है वो डेडलॉक भी बरकरार है। डेडलॉक सरकार और किसानों के विचाले जो बरकरार है वो ब्रेक किस तरह होगा, इस ते भी अज विचार चर्चा की जाएगी क्योंकि बैठक जो है वो 22 जनवरी तो बाद कोई नहीं हुई है। किसानां अते सरकार दे विचाले 22 जनवरी नूं आखिरी बार गलबात हुई सी तां इन्हां 11 दौर दीआं बैठकां तो बाद भी कोई हल अजे तक मसले दा नहीं निकल सकिया है। गल उत्थे दी उत्थे ही खड़ी है पर हुण जो गलबात का सिलसिला बंद हो गया है उसनूं दोबारा शुरू किस तरह किया जाए। किसान कह रहे हैं कि सरकार सानूं गलबात लई बुलावे, असीं तैयार हाँ, असीं जावांगे। दूजे पासे सरकार कह रही है कि किसान दस देण कि कदों गलबात करनी है, असीं कर लवांगे क्योंकि असीं जो लास्ट प्रपोजल दिता सी उस तो इलावा साडे कोल कोई वधिया प्रपोजल नहीं है। लास्ट प्रपोजल दे विच सरकार दे वल्लों इन्हां कानूनां नूं होल्ड करन दी गल कही गई सी कि जेकर 1.5 या 2 साल दे लई इन्हां कानूनां नूं होल्ड कर दिता जाए, पर किसान इस गल ते राजी नहीं होए। किसान कह रहे हैं कि ये मसले दा हल नहीं है तो फिलहाल मसले का हल गलबात के जरिए होगा तो उस गलबात से फिलहाल ब्रेक लगी हुई है। वो ब्रेक खत्म किस तरह होगी ये अज रणनीति बनाई जाएगी। तो किसानों का अंदोलन जारी है, दूजे पासे मीटिंगां का दौर जारी है तो नाल ही महापंचायतां का दौर भी जारी है। अंदोलन की हिमायत विच किसान महापंचायतां का दौर जारी है। अज चंडीगढ़ तो हुंकार भरी जाएगी। जी हां, पिंडां तो बाद हुण शहरां तो समर्थन जुटाउण की कोशिश दे विच जुट गए ने किसान। अज चंडीगढ़ च किसानां दी महापंचायत होवेगी। सैक्टर 25 दे विच इह महापंचायत कीती जा रही है जिथे किसानां दा वड्डा इकट्ठ जुड़ेगा। नौजवान किसान एकता दे वल्लों महापंचायत करवाई जा रही है जिस विच रुलदू सिंह मानसा, गुरनाम चडूणी अते होर किसान आगू शामिल होंगे। जोगिंदर सिंह उगराहा भी इस महापंचायत का हिस्सा बनणगे। हालांकि चंडीगढ़ की जेकर गल की जाए तो वड्डी गिनती दे विच इन्हां शहरी लोगों का समर्थन पहलां तो ही जो किसानां नूं मिल रहा है। शाम वेले चंडीगढ़ के वक्-वक् पॉइंट्स ते वक्-वक् लाइटां ते नौजवान ते जो स्थानक शहरी लोग ने खड़े हुए नजर आउंदे ने। किसानां दे हक दे विच आवाज़ बुलंद करदे ने, लोकां नूं भी किसानां दा साथ देण दी अपील करदे ने। तां हुण ओह तमाम लोग जिहड़े वक्-वक् थावां ते इकट्ठे हुंदे सी, नौजवान किसान एकता दे वल्लों उन्हां लोकां दे नाल मिल के वड्डा मंच एक तैयार किया जा रहा है। अज 2 बजे जो है महापंचायत सैक्टर 25 दे विच जो अज होण जा रही है। किस तरह दी तैयारियां ने सीधा रुख करते हैं अर्शदीप अर्शी साडे सहयोगी जुड़े हुए ने। तां अर्शदीप, हरियाणा ते पंजाब तो बाद हुण चंडीगढ़ दी वारी है। हालांकि सहयोग तो पहला मिल रहा सी पर हुण एक वड्डा मंच मिलन जा रहा है, किस तरह दी तैयारियां?
ਬਿਲਕੁਲ ਅੰਮ੍ਰਿਤ, ਅੱਜ 2 ਵਜੇ ਤੋਂ 5 ਵਜੇ ਦੇ ਵਿੱਚ ਜਿਹੜੀ ਕਿਸਾਨ ਮਹਾਪੰਚਾਇਤ ਹੈ ਚੰਡੀਗੜ੍ਹ ਦੇ ਵਿੱਚ ਹੋਵੇਗੀ। ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ ਅਸੀਂ ਮੌਜੂਦ ਹਾਂ। ਤਿਆਰੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਟੇਜ ਲੱਗ ਚੁੱਕੀ ਹੈ, ਦਰੀਆਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਬੈਠਣ ਦੇ ਲਈ ਟੈਂਟ ਲੱਗ ਚੁੱਕੇ ਨੇ, ਲੰਗਰ ਦੀ ਵੀ ਤਿਆਰੀ ਹੋ ਰਹੀ ਹੈ। ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਚੜੂਨੀ ਤੇ ਜੋਗਿੰਦਰ ਸਿੰਘ ਉਗਰਾਹਾਂ ਸੰਬੋਧਨ ਕਰਨਗੇ ਇਸ ਮਹਾਪੰਚਾਇਤ ਨੂੰ। ਇਸ ਤੋਂ ਇਲਾਵਾ ਜਿਹੜੇ ਪੰਜਾਬੀ ਕਲਾਕਾਰ ਨੇ ਸੋਨੀਆ ਮਾਨ, ਗਾਲਬ ਵੜੈਚ, ਉਹ ਵੀ ਇਸ ਮਹਾਪੰਚਾਇਤ ਦਾ ਹਿੱਸਾ ਬਣਨਗੇ, ਸਟੇਜ ਦੀ ਕਾਰਵਾਈ ਦਾ ਹਿੱਸਾ ਬਣਨਗੇ। ਤੇ ਨੌਜਵਾਨ ਕਿਸਾਨ ਏਕਤਾ ਦੇ ਵੱਲੋਂ ਇਹ ਜਿਹੜੀ ਮਹਾਪੰਚਾਇਤ ਆਰਗੇਨਾਈਜ਼ ਕੀਤੀ ਜਾ ਰਹੀ ਹੈ। ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਵੱਖ-ਵੱਖ ਚੌਂਕਾਂ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ, ਪੰਚਕੁਲਾ ਦੇ ਵਿੱਚ ਜਿਹੜੇ ਨੌਜਵਾਨ ਜਾਂ ਜਿਹੜੇ ਆਮ ਲੋਕ ਜਿਹੜੇ ਅਕਸਰ ਖੜੇ ਹੁੰਦੇ ਨੇ ਕਿਸਾਨੀ ਝੰਡੇ ਲੈ ਕੇ ਜਾਂ ਪੋਸਟਰ ਫੜ ਕੇ, ਉਹਨਾਂ ਦਾ ਇੱਕ ਗਰੁੱਪ ਬਣ ਚੁੱਕਿਆ ਹੈ ਨੌਜਵਾਨ ਕਿਸਾਨ ਏਕਤਾ ਕਰਕੇ। ਤੇ ਉਹਨਾਂ ਦੇ ਵੱਲੋਂ ਇਹ ਸੋਚਿਆ ਗਿਆ ਕਿ ਇਸ ਕਿਸਮ ਦਾ ਜਿਹੜਾ ਇੱਕ ਪ੍ਰੋਗਰਾਮ ਹੈਗਾ, ਜਿਵੇਂ ਕਿਸਾਨਾਂ ਦਾ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਮਹਾਪੰਚਾਇਤਾਂ ਹੋ ਰਹੀਆਂ ਨੇ, ਪੰਚਾਇਤਾਂ ਹੋ ਰਹੀਆਂ ਨੇ, ਉਸ ਕਿਸਮ ਦਾ ਇੱਕ ਜਿਹੜਾ ਪ੍ਰੋਗਰਾਮ ਹੈਗਾ ਉਹ ਚੰਡੀਗੜ੍ਹ ਦੇ ਵਿੱਚ ਵੀ ਆਰਗੇਨਾਈਜ਼ ਕੀਤਾ ਜਾਵੇ। ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਪਾਸੇ ਲੰਗਰ ਦੀ ਤਿਆਰੀ ਹੋ ਰਹੀ ਹੈ ਤੇ ਇਸ ਪਾਸੇ ਜਿਹੜਾ ਹੈਗਾ ਲੰਗਰ ਵੀ ਲਗਾਇਆ ਜਾਵੇਗਾ। ਜਿਹੜੇ ਵੀ ਲੋਕ ਸ਼ਾਮਿਲ ਹੋਣਗੇ, ਕੱਲ ਅਸੀਂ ਜਦ ਗੱਲਬਾਤ ਕੀਤੀ ਸੀ ਤਾਂ ਦੱਸਿਆ ਗਿਆ ਸੀ ਕਿ ਨੇੜੇ ਤੇੜੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ, ਚੰਡੀਗੜ੍ਹ ਦੇ, ਮੋਹਾਲੀ ਦੇ, ਪੰਚਕੁਲਾ ਦੇ ਜਿਹੜੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੋਕ ਨੇ, ਉਹ ਇਸ ਦੇ ਵਿੱਚ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਰੋਪੜ, ਜਿਹੜੇ ਨੇੜੇ ਤੇੜੇ ਦੇ ਜ਼ਿਲ੍ਹੇ ਨੇ, ਰੋਪੜ ਹੋ ਗਿਆ, ਉੱਥੋਂ ਵੀ ਜਿਹੜੇ ਲੋਕ ਨੇ ਉਹ ਸ਼ਾਮਿਲ ਹੋਣਗੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਰ ਜੀ, ਕਿੱਥੋਂ ਕਿੱਥੋਂ ਜਿਹੜੇ ਲੋਕ ਨੇ ਉਹ ਆਉਣਗੇ? ਦੇਖੋ ਜੀ, ਸਾਡੀ ਜਿਹੜੀ ਮਹਾਪੰਚਾਇਤ ਦੇ ਮੈਸੇਜ ਨੇ ਬਹੁਤ ਦੂਰ ਦੂਰ ਤੱਕ ਅਸੀਂ ਸਪਰੈਡ ਆਊਟ ਕੀਤੇ ਨੇ। ਸਾਰੇ ਜਿੰਨੇ ਸਾਡੇ ਗਰੁੱਪ ਸੀਗੇ ਅਸੀਂ ਸਾਰਿਆਂ ਦੇ ਮੈਸੇਜ ਫਾਰਵਰਡ ਕੀਤਾ WhatsApp ਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ। ਉਹਦੇ ਥਰੂ ਵੀ ਮਾਧਿਅਮ ਨਾਲ ਕਾਫੀ ਦੂਰ ਤੱਕ ਸਾਡੀ ਪਬਲਿਸਿਟੀ ਹੋ ਚੁੱਕੀ ਹੈ। ਯਾਨੀ ਕਿ ਆਲ ਓਵਰ ਪੰਜਾਬ, ਲੁਧਿਆਣੇ ਤੱਕ, ਇੱਧਰ ਫਗਵਾੜੇ ਤੱਕ, ਇੱਧਰ ਅੰਬਾਲੇ ਤੋਂ ਸਾਨੂੰ ਕਾਲ ਆ ਰਹੀਆਂ ਨੇ ਵੀ ਕਦੋਂ ਪ੍ਰੋਗਰਾਮ ਸ਼ੁਰੂ ਹੋਏਗਾ, ਸਾਨੂੰ ਦੱਸੋ ਡਿਟੇਲ। ਅਸੀਂ ਉਹਨਾਂ ਸਾਰੀ ਡਿਟੇਲ ਦੱਸੀ ਹੈ ਕਿਉਂਕਿ ਸਾਨੂੰ ਭਰਵਾਂ ਹੁੰਗਾਰਾ ਮਿਲ ਗਿਆ। ਜਿਹੜੀ ਚੰਡੀਗੜ੍ਹ ਦੀ ਆਵਾਮ ਹੈ ਉਹ ਵੀ ਸਾਡੇ ਨਾਲ ਇੱਥੇ ਹਾਜ਼ਰ ਹੈ ਤੇ ਪਿੰਡੂ ਸੰਘਰਸ਼ ਕਮੇਟੀ ਸਾਰੇ ਚੰਡੀਗੜ੍ਹ ਦੇ ਪਿੰਡ ਜਿਹੜੇ ਉਜੜ ਚੁੱਕੇ ਨੇ ਉਹ ਵੀ ਇੱਥੇ ਸਾਰੇ ਭਰ ਕੇ ਟਰੈਕਟਰ ਟਰਾਲੀਆਂ, ਬੱਚੇ, ਬਜ਼ੁਰਗ, ਮਾਤਾਵਾਂ, ਭੈਣਾਂ ਸਭ ਇੱਥੇ ਪਹੁੰਚਣਗੇ ਜੀ। ਕੀ ਇੰਤਜ਼ਾਮ ਕੀਤੇ ਗਏ ਨੇ ਤੁਹਾਡੇ ਵੱਲੋਂ? ਸਾਡੇ ਵੱਲੋਂ ਦੇਖੋ ਜੀ ਸਾਰਾ ਇੰਤਜ਼ਾਮ ਹੈ ਜੀ। ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਜੀ। ਪੁਲਿਸ ਫੋਰਸ ਸਾਡੇ ਕੋਲ ਇੱਥੇ ਅਵੇਲੇਬਲ ਹੈ। ਸਾਡੇ ਘੱਟੋ ਘੱਟ 500 ਵਲੰਟੀਅਰ ਇੱਥੇ ਪਾਰਕਿੰਗ ਦੇ ਵਿੱਚ, ਲੰਗਰ ਦੀ ਸਟੇਜ ਇੱਧਰ ਦੇਖੋ ਤਿਆਰ ਹੈ, ਇੱਧਰ ਸਾਊਂਡ ਦੀ ਸਾਡੇ ਕੋਲ ਬਕਾਇਦਾ ਮੁੰਡੇ ਬਾਉਂਸਰ ਵਗੈਰਾ ਵੀ ਅਸੀਂ ਬੁਲਾਏ ਹੋਏ ਨੇ। ਬਕਾਇਦਾ ਵੀ ਕੋਈ 19-21 ਨਾ ਹੋਵੇ, ਅਸੀਂ ਸਟੇਜ ਦੇ ਉੱਤੇ ਉਹਨਾਂ ਨੂੰ ਵੀ ਲਾਵਾਂਗੇ। ਸਾਡੇ ਵੱਲੋਂ ਪੁਖਤਾ ਪ੍ਰਬੰਧ ਪੂਰੇ ਤਿਆਰ ਨੇ ਵੀ ਤਾਂ ਕਿ ਕੋਈ ਵੀ ਮਿਸ ਹੈਪਨਿੰਗ ਨਾ ਹੋਵੇ। ਅਸੀਂ ਇਹਨੂੰ ਜੋ ਮਹਾਪੰਚਾਇਤ ਉਹ ਲਿਖੀ ਹੈ, ਸਾਰਿਆਂ ਵੱਲੋਂ ਲਿਖੀ ਗਈ ਹੈ, ਵਧੀਆ ਢੰਗ ਨਾਲ ਅਸੀਂ ਇਸ ਨੂੰ ਨੇਪਰੇ ਚਾੜੀਏ ਤੇ ਤਾਂ ਕਿ ਜਿਹੜੀ ਚੰਡੀਗੜ੍ਹ ਪੰਜਾਬ ਅਤੇ ਹਰਿਆਣੇ ਦੀ ਰਾਜਧਾਨੀ ਹੈ ਤੇ ਦਿੱਲੀ 'ਚ ਜਾ ਕੇ ਸਿੱਧੀ ਉਹਨਾਂ ਦੇ ਹਿੱਕ 'ਚ ਜਾ ਕੇ ਵੱਜੇਗੀ, ਉੱਥੇ ਸਿੱਧਾ ਉਹਨਾਂ ਸੈਂਟਰ ਨਾਲ ਕਨੈਕਟ ਹੈਗਾ। ਉਹਨਾਂ ਨੂੰ ਪਤਾ ਚੱਲੇ ਚੰਡੀਗੜ੍ਹ ਦੇ ਲੋਕ ਵੀ ਜਾਗ ਚੁੱਕੇ ਨੇ। ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਮਹਾਪੰਚਾਇਤ ਹੈ ਉਹ ਹੋਣ ਜਾ ਰਹੀ ਹੈ। ਹਾਲਾਂਕਿ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਜਿਹੜੇ ਦੂਸਰੇ ਰਾਜਾਂ ਦੇ ਵਿੱਚ ਹੋ ਰਹੀਆਂ ਨੇ ਮਹਾਪੰਚਾਇਤਾਂ, ਲੇਕਿਨ ਚੰਡੀਗੜ੍ਹ ਦੇ ਵਿੱਚ ਇਸ ਕਿਸਮ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਕਾਫੀ ਅਸੀਂ ਕਹੀਏ ਕਿ ਇਸ ਕਿਸਮ ਦਾ ਪ੍ਰੋਗਰਾਮ ਨਹੀਂ ਦੇਖਣ ਨੂੰ ਮਿਲਦਾ। ਲੇਕਿਨ ਚੰਡੀਗੜ੍ਹ ਦੇ ਵਿੱਚ ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ ਇਹ ਜਿਹੜੀ ਮਹਾਪੰਚਾਇਤ ਅੱਜ ਹੋਣ ਜਾ ਰਹੀ ਹੈ 2 ਤੋਂ 5 ਵਜੇ ਦੇ ਵਿੱਚ। ਸਟੇਜ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਪੁਲਿਸ ਪ੍ਰਸ਼ਾਸਨ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਮੌਜੂਦ ਹੈਗਾ। ਕੱਲ ਵੀ ਗੱਲਬਾਤ ਕੀਤੀ ਸੀ ਤਾਂ ਲਿਖਤੀ ਰੂਪ ਦੇ ਵਿੱਚ ਇਹਨਾਂ ਦਾ ਕਹਿਣਾ ਸੀ ਕਿ ਪਰਮਿਸ਼ਨ ਲਈ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਹਾਲਾਂਕਿ ਇਹਨਾਂ ਦਾ ਕਹਿਣਾ ਸੀ ਕਿ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕਿੰਨੇ ਲੋਕ ਇਸ ਦੇ ਵਿੱਚ ਸ਼ਾਮਲ ਹੋਣਗੇ। ਵੱਖ-ਵੱਖ ਥਾਵਾਂ ਤੇ ਪੰਚਾਇਤਾਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ। ਤਾਂ ਅੱਜ ਗੁਰਨਾਮ ਸਿੰਘ ਚੜੂਨੀ, ਰੁਲਦੂ ਸਿੰਘ ਮਾਨਸਾ ਤੇ ਜੋਗਿੰਦਰ ਸਿੰਘ ਉਗਰਾਹਾਂ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ, ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਜੀ ਅੰਮ੍ਰਿਤ। ਬਿਲकुल अर्शदीप, ਅੱਜ ਚੰਡੀਗੜ੍ਹ ਤੋਂ ਹੰਕਾਰ ਭਰੀ ਜਾਵੇਗੀ। ਇੱਕ ਪਾਸੇ ਅੰਦੋਲਨ ਵੀ ਜਾਰੀ ਹੈ ਤੇ ਦੂਜੇ ਪਾਸੇ ਮਹਾਪੰਚਾਇਤਾਂ ਦਾ ਦੌਰ ਵੀ